सिमर सिमर सुख पाओ, कल कलेश तन माहि मिटाओ। सिमरो जास बसंबर एक, नाम जपत आगंत अनेकै। वेद पुराण सिमरत सोदा कर, किने राम नाम एक अक्षर। किनका एक जिस जी बसावै, ताकि महिमा करी नया। सतनाम श्री वाहिगुरु साहिब जी। सोरठ महला नवा। मन रे प्रभ की शरण विचारो, जिह सिमरत गन का से उदरे। ताको जस उर तारू रहाओ, मन रे प्रभु की शरण विचारो। जे सिमरत गन का से उदरे, ताको जस उर तारू रहाओ। अटल पयो तू जाक सिमरनो, अर निरभै पद पाया। दुख हरता ए विद को स्वामी, तै काहे बिसराया। जब ही शरण गही कृपान दो, गज गराते छूटा। मैं माना कहाँ लो बरनो, राम कहत बंधन ते टूटा। अजामन पापी जग जाने, निमक माहे निस्तारा। नानक कहत चेत चिंता मन, तै पी उतरहे पारा। अजामन पापी जग जाने, निमक माहे निस्तारा। नानक कहत चेत चिंता मन, तै पे उतरे पारा। वाहिगुरू जी का खालसा, वाहिगुरू जी की फतेह। प्यारे ਵੀਰ ਜੀ ਮੁਬਾਰਕ ਬਚਨ ਹੁਕਮਨਾਮਾ ਆਪ ਜੀਆਂ ਨੇ ਸਰਵਣ ਕੀਤਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਦਰਬਾਰ ਤੋਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਮੁਬਾਰਕ ਬਚਨ ਇਸ ਸ਼ਬਦ ਦੇ ਵਿੱਚ ਆਪ ਜੀਆਂ ਨੇ ਸਰਵਣ ਕੀਤੇ ਨੇ। ਸਤਿਗੁਰਾਂ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਇਹ ਮੁਬਾਰਕ ਬਚਨ 632 ਅੰਗ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ ਸ਼ੋਭਾਇਮਾਨ ਹਨ। ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਹੈ, ਇਹ ਸ਼ਬਦ ਸੋਠ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਕਿ ਇਹ ਸ਼ਬਦ ਨੂੰ ਸੋਠ ਰਾਗ ਦੇ ਵਿੱਚ ਗਾਇਨ ਕੀਤਾ ਜਾਵੇ। ਆਓ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਸੋਰਠ ਮਹੱਲਾ ਨੌਵਾਂ। ਸੋਠ ਰਾਗ ਦੇ ਵਿੱਚ ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਪਿਆਰੇ ਮਨ ਨੂੰ ਸੰਬੋਧਨ ਕਰਕੇ ਸਤਿਗੁਰਾਂ ਨੇ ਬਹੁਤ ਥਾਵਾਂ ਤੇ ਜ਼ਿਕਰ ਕੀਤਾ ਹੈ। ਮਨ ਕੀ ਮਨ ਹੀ ਮਾਰੇ ਰਹੇ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ। ਇੰਜੀ ਕੁਝ ਕਰਨ ਵਾਸਤੇ ਆਏ ਸੀ ਕੀਤਾ ਕਿ ਕੁਝ ਨਹੀਂ। ਮਨ ਦੇ ਪਿੱਛੇ ਲੱਗ ਗਏ, ਮਨ ਦੇ ਪਿੱਛੇ ਲੱਗ ਕਰਕੇ ਪਰਮੇਸ਼ਰ ਵਾਲੇ ਪਾਸੇ ਨਹੀਂ ਗਏ ਤੇ ਮਨ ਦੀ ਮੰਨ ਕੀਤੀ, ਆਪਣੇ ਮਨ ਦੀ ਮੰਨੀ। सदगुरु कह रहे मन रे प्रभु की शरण विचारो, ऐ मेरे मना
ਉਸ ਮਾਲਕ ਦੀ ਚਰਨ ਦੇ ਵਿੱਚ ਆ ਜਾ। ਸਤਿਗੁਰੂ ਆਪਣੇ ਹੀ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਮਨ ਰੇ ਕੌਣ ਕੁਮਤ ਤੈ ਲੀਨੇ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕੋ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ, ਨਹੀਂ ਉਪਜਿਓ ਕਛ ਗਿਆਨਾ, ਘਾਟੀ ਮਾਹੇ ਨਰੰਜਨ ਤੇਰੇ, ਤੈਂ ਖੋਜਤ ਉਦਿਆਨਾ। ਬਹੁਤ ਜਨਮ ਪਰ ਮਤ ਤੈ ਹਾਰਿਓ, ਅਵਸਰ ਮਤ ਨਹੀਂ ਪਾਈ। ਇਹਦੀ ਕਿੰਨਿਆਂ ਜਨਮਾਂ ਤੋਂ ਭਟਕਦਾ ਆ ਰਿਹਾ। ਕਹਿੰਦੀ ਉਸ ਪਰਮੇਸ਼ਰ ਦੀ ਨਾਮ ਦੇ ਨਾਲ ਨਾ ਜੁੜ ਕਰਕੇ ਤੈਨੂੰ ਟਿਕਾਣੇ ਦੀ ਮੱਤ ਹਾਲੇ ਤੱਕ ਪ੍ਰਾਪਤ ਨਹੀਂ ਹੋਈ। ਬਹੁਤ ਸਾਰੇ ਸ਼ਬਦਾਂ ਜਿਵੇਂ ਸਤਿਗੁਰੂ ਮਨ ਤੇ ਸਾਡਾ ਧਿਆਨ ਦਿਵਾਉਂਦੇ ਨੇ। ਮਨ ਰੇ ਗਹਿਓ ਨਾ ਗੁਰ ਉਪਦੇਸ਼, ਕਹਿੰਦੇ ਗੁਰੂ ਦੇ ਉਪਦੇਸ਼ ਦੀ ਕਮਾਈ ਤੇ ਕੀਤੀ ਕੋਈ। ਕਹਾਂ ਪਇਓ ਜੋ ਮੂੰਡ ਮੰਡਾਇਓ, ਭਗਵੋ ਕੀਨੋ ਭੇਸ਼। ਕਹਿੰਦੇ ਕੀ ਹੋ ਗਿਆ, ਕਹਿੰਦੇ ਸਿਰ ਦੇ ਵਾਲ ਵੀ ਕਈ ਕਟਾ ਲੈਂਦੇ ਨੇ, ਭਗਵਾਂ ਭੇਸ਼ ਵੀ ਕਰ ਲੈਂਦੇ ਨੇ। ਕਹਿੰਦੇ ਇਸ ਦੇ ਨਾਲ ਕੀ ਹੋਵੇਗਾ, ਮਨ ਤੇ ਕੋਈ ਅਸਰ ਨਹੀਂ ਹੋਣ ਲੱਗਾ। ਅਸਲ ਦੇ ਵਿੱਚ ਮਨ ਨੂੰ ਮੁੰਡਣਾ ਸੀ। ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਹੇ। ਕਹਿੰਦੀ ਅਸਲ ਦੇ ਵਿੱਚ ਆਪਣੇ ਮਨ ਵੱਲ ਧਿਆਨ ਦੇਣਾ ਸੀ। ਸਾਚ ਛਾੜ ਕੇ ਝੂਠੇ ਲਾਗਿਓ, ਜਨਮ ਅਕਾਰਥ ਖੋਇਓ। ਕਹਿੰਦੀ ਪਰਮੇਸ਼ਰ ਦਾ ਨਾਮ ਸੱਚਾ ਸੀ, ਉਹਨੂੰ ਛੱਡ ਕੇ ਤੇ ਝੂਠ ਦੇ ਮਗਰ ਲੱਗੇ। ਝੂਠਾ ਕੀ ਸੰਸਾਰ ਹੈ, ਇਹ ਸੰਸਾਰ ਸਾਰਾ ਝੂਠਾ ਹੈ। ਪਰਮੇਸ਼ਰ ਦਾ ਨਾਮ ਸੱਚਾ, ਕਹਿੰਦੇ ਉਹਨੂੰ ਛੱਡ ਦਿੱਤਾ। ਕਹਿੰਦੇ ਝੂਠ ਵਾਲੀ ਪਾਸੇ ਲੱਗ ਗਈ। ਜਨਮ ਆਕਾਰ ਚ ਖੋਇਓ, ਆਪਣਾ ਕਹਿੰਦੇ ਜਨਮ ਇਸ ਤਰ੍ਹਾਂ ਹੀ ਸਾਰਾ ਨੂੰ ਸਫਲ ਗਵਾ ਦਿੱਤਾ। ਕਰ ਕਰ ਪੰਚ ਉਦਰ ਨਿਜ ਕੋਖਿਓ, ਪਸ਼ ਕੀ ਨਿਆਈ ਸੋਇਓ। ਕਹਿੰਦੀ ਕਿਤਨੀ ਬੰਦਾ ਵਰਸ਼ਲ ਕਰਦਾ, ਪ੍ਰਪੰਚ ਕਰਦਾ ਹੈ। ਬਹੁ ਪ੍ਰਪੰਚ ਕਰ ਪਰ ਤਨ ਲਿਆਵੈ, ਸੁਤਦਾਰਾ ਭਈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਦੀਪੇ ਲੀਜੈ। ਸ਼ਿਨ ਸ਼ਿਨ ਤਨ ਸੀਜੈ ਜ਼ਰਾ ਜਨਾਵੈ, ਤਬ ਤੇਰੀ ਓਖ ਕੋਈ ਪਾਣੀਓ ਨ ਪਾਵੈ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪੇ ਸਵੇਰਾ। ਕਹਿੰਦੇ ਜਗਤ ਦੇ ਵਿੱਚ ਕੋਈ ਵੀ ਤੇਰਾ ਨਹੀਂ। ਤੂੰ ਕਹਿੰਦੀ ਉਦਰ ਦੀ ਖਾਤਰ, ਪੇਟ ਦੀ ਖਾਤਰ, ਧੀਆਂ ਪੁੱਤਰਾਂ ਦੀ ਖਾਤਰ ਕਹਿੰਦੀ ਭਜਾ ਫਿਰਦਾ ਹੈ। ਰਾਮ ਭਜਨ ਕੀ ਗਤ ਨਹੀਂ ਜਾਣੇ, ਮਾਇਆ ਹਾਥ ਬਿਖਾਨਾ। ਪਰਮੇਸ਼ਰ ਦਾ ਨਾਮ ਸਭ ਜਪਣਾ ਸੀ, ਪਰਮੇਸ਼ਰ ਦਾ ਨਾਮ ਜਪਣ ਵਾਸਤੇ ਆਇਆ ਸੀ। ਇਹ ਅਵਸਥਾ ਆਪਣੀ ਤੂੰ ਬਣਾਈ ਨਹੀਂ ਤੇ ਮਾਇਆ ਦੇ ਹੱਥ ਦੇ ਵਿੱਚ ਵਿਕ ਗਿਆ। ਪਿਆਰੇ ਸਾਰੀ ਅਸੀਂ ਮਾਇਆ ਦੇ ਹੱਥ ਵਿਕੇ ਹੋਏ ਹਾਂ ਪਿਆਰੇ। ਉਰਜ ਰਹਿਓ ਵਿਖਿਨ ਸੰਗ ਬੋਰਾ, ਨਾਮ ਰਤਨ ਬਿਸਰਾਨਾ। ਕਹਿੰਦੇ ਅਸੀਂ ਕਹਿੰਦੇ ਐਸੇ ਜਾਲ ਦੇ ਵਿੱਚ ਫਸੇ ਹੋਏ ਹਾਂ, ਉਲਝੇ ਹੋਏ ਹਾਂ। ਉਰਜ ਰਹਿਓ ਵਿਖਿਨ ਸੰਗ ਬੋਰਾ, ਜ਼ਹਿਰ ਰੂਪੀ ਸੰਸਾਰ ਦੇ ਵਿੱਚ ਪਿਆਰੇ ਫਸੇ ਹੋਏ ਹਾਂ, ਇਹ ਬਾਵਰੇ ਹੋਏ ਹਾਂ। ਨਾਮ ਰਤਨ ਬਿਸਰਾਨਾ, ਪ੍ਰਭੂ ਦਾ ਜਿਹੜਾ ਅਮੋਲਕ ਨਾਮ ਹੈ ਉਸ ਨੂੰ ਵਿਸਾਰਿਆ ਹੀ ਹੋਇਆ ਹੈ। ਰਹਿਓ ਚੇਤਨ ਚੇਤਿਓ ਗੋਬਿੰਦ, ਬਿਰਥਾ ਔਧ ਸਰਾਨੀ। ਕਹਿੰਦੇ ਬਿਲਕੁਲ ਹੀ ਅਚੇਤ ਹੋ ਗਿਆ। ਕਹਿੰਦੀ ਚੇਤੇ ਨਹੀਂ ਕੀਤਾ ਕਦੀ ਪਰਮੇਸ਼ਰ ਨੂੰ, ਵਿਸਾਰ ਹੀ ਦਿੱਤਾ। ਨਾ ਚੇਤਿਓ ਗੋਬਿੰਦ, ਪਰਮੇਸ਼ਰ ਨੂੰ, ਧਰਤੀ ਦੇ ਪਾਲਣਹਾਰੇ ਨੂੰ ਕਦੇ ਨਹੀਂ ਸਿਮਰਿਆ। ਬਿਰਥਾ ਔਧ ਸਰਾਨੀ, ਕਹਿੰਦੇ ਸਾਰੀ ਅਵਧ ਇਹਦੀ ਇਸੇ ਤਰ੍ਹਾਂ ਹੀ ਬੀਤ ਗਈ। ਕਹੋ ਨਾਨਕ ਹਰਿ ਬਿਰਦ ਪਛਾਨੋ, ਭੂਲੇ ਸਦਾ ਪਰਾਨੀ। ਧੰਨ ਤੇਗ ਬਹਾਦਰ ਮਹਾਰਾਜ ਕਹਿੰਦੇ ਮਹਾਰਾਜ ਆਪ ਜੀ ਦਾ ਬਿਰਦ ਹੈ, ਅਸੀਂ ਤੇ ਭੁੱਲਾਂ ਕਰਦੇ ਹਾਂ ਤੇ ਤੁਹਾਡਾ ਬਿਰਦ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਤੁਸੀਂ ਸਾਡੇ ਤੇ ਬਖਸ਼ਿਸ਼ ਕਰ ਸਕਦੇ ਹੋ, ਅਸੀਂ ਤਾਂ ਨਿਤਾ ਪ੍ਰਤੀ ਭੁੱਲਦੇ ਹਾਂ। ਪਿਆਰਿਓ ਮਨ ਸਾਨੂੰ ਬੜਾ ਭਟਕਾਉਂਦਾ ਹੈ ਤੇ ਸਤਿਗੁਰੂ ਮਨ ਤੇ ਹੀ ਜ਼ੋਰ ਦੇ ਕੇ ਇਹ ਗੱਲ ਕਹਿ ਰਹੇ ਨੇ,
ਪਰਮੇਸ਼ਰ ਦਾ ਸਿਮਰਨ ਕਰ ਲਿਆ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੂ, ਜੇ ਸਿਮਰਤ ਕਨ ਕਾਸੀ ਉਦਰੀ, ਤਾਂ ਕੋ ਜਸ ਉਧਾਰੂ। ਜਿਹਦਾ ਸਿਮਰਨ ਕਰਨ ਦੇ ਨਾਲ ਕਣਕਾਂ ਵਰਗੀਆਂ ਪਾਪਣਾਂ ਦਾ ਉਧਾਰ ਹੋ ਗਿਆ, ਕਹਿੰਦੀ ਉਸ ਪਰਮੇਸ਼ਰ ਦਾ ਨਾਮ ਸਿਮਰਨ ਕਰ। ਇਹ ਰਹਾਉ ਦਾ ਬੰਦ ਹੈ ਜੋ ਪਿਆਰਿਓ ਆਪ ਜੀ ਸਰਵਣ ਕਰਦੇ ਹੋ। ਜਿਹਦਾ ਸਿਮਰਨ ਕਰਨ ਦੇ ਨਾਲ ਪਿਆਰਿਓ, ਸਿਮਰਨ ਦੀ ਏਡੀ ਵੱਡੀ ਬਖਸ਼ਿਸ਼ ਹੈ। ਜਿਹੜਾ ਵੀ ਮਾਲਕ ਦੀ ਸਿਮਰਨ ਦੇ ਨਾਲ ਜੁੜ ਜਾਂਦਾ, ਬੰਦਗੀ ਦੇ ਨਾਲ ਜੁੜ ਜਾਂਦਾ ਪਿਆਰਿਓ, ਉਸੇ ਦਾ ਹੀ ਪਾਰ ਉਤਾਰਾ ਹੋ ਜਾਂਦਾ। ਪਿਆਰਿਓ, ਨਾਲ ਦੀ ਨਾਲ ਜੋ ਇਹ 84 ਦਾ ਘੱਲੂਘਾਰਾ ਚੱਲ ਰਿਹਾ ਹੈ, ਉਸ ਦੀ ਬਾਰੇ ਥੋੜ੍ਹੀ ਥੋੜ੍ਹੀ ਆਪਾਂ ਵਿਚਾਰ ਕਰਨੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਪਿਆਰਿਓ, ਜਿਸ ਵੇਲੇ ਮਾਲਵੇ ਦੇਸ਼ ਦੇ ਵਿੱਚ ਵਿਚਰ ਰਹੇ ਸਨ, ਮਾਲਵੇ ਦੇਸ਼ ਦੇ ਵਿੱਚ ਵਿਚਰਦਿਆਂ ਇਹਨਾਂ ਦੇ ਨਾਲ ਸਤਿਗੁਰਾਂ ਦੇ ਜੋ ਸਿੱਖ ਸਨ, ਬਹੁਤ ਸਾਰੇ ਬਰਾੜ ਸਿੱਖ ਸਨ। ਬਰਾੜ ਸਿੱਖ ਜਿਹੜੇ ਸਨ, ਉਹ ਤਨਖਾਹਾਂ ਲੈ ਕੇ ਬਹੁਤੀ ਕੰਮ ਕਰਿਆ ਕਰਦੇ ਸਨ। ਕੁਝ ਸਿੱਖ ਐਸੇ ਵੀ ਸਨ ਜਿਹੜੀ ਤਨਖਾਹ ਨਹੀਂ ਸੀ ਲੈਂਦੇ, ਉਹ ਨਿਸ਼ਕਾਮਤਾ ਦੇ ਨਾਲ ਸੇਵਾ ਕਰਦੇ ਸਨ, ਅਤੇ ਕੁਝ ਸਿੱਖ ਐਸੇ ਸਨ ਜਿਹੜੀ ਤਨਖਾਹਾਂ ਲੈ ਕੇ ਹੀ ਕੰਮ ਕਰਿਆ ਕਰਦੇ ਸਨ। ਜਿਹੜੇ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਕੋਲੋਂ ਤਨਖਾਹ ਲੈ ਕੇ ਫਿਰ ਚਲਿਆ ਕਰਦੇ ਸਨ। ਬਰਾੜਾਂ ਨੇ ਕਹਿੰਦੀ ਇੱਕ ਮਤਾ ਪਕਾ ਲਿਆ ਪਿਆਰਿਆ। ਇਹਨਾਂ ਨੇ ਇਕੱਠੇ ਹੋ ਕੇ ਪਿੰਡ ਇੱਕ ਪੈਂਦਾ ਬਿਰਮੀ, ਸ਼ਾਇਦ ਇਬਰਾਹਿਮ ਦੇ ਵੇਲੇ ਦਾ ਇਹ ਪਿੰਡ ਵਸਾਇਆ ਹੋਇਆ। ਕਹਿੰਦੇ ਇਸ ਪਿੰਡ ਦੇ ਕੋਲ ਜਦੋਂ ਆਏ, ਸਤਿਗੁਰੂ ਤੇ ਸਾਰੇ ਬਰਾੜ ਇਕੱਠੇ ਹੋ ਕੇ ਆਖਣ ਲੱਗੇ, ਮਹਾਰਾਜ ਸਾਨੂੰ ਤਨਖਾਹਾਂ ਦਿਓ ਤੇ ਅੱਗੇ ਅਸੀਂ ਤਾਂ ਚੱਲਾਂਗੇ। ਅਸੀਂ ਅੱਗੇ ਨਹੀਂ ਚੱਲਣਾ, ਅਸੀਂ ਤਾਂ ਚੱਲਾਂਗੇ ਪਹਿਲਾਂ ਸਾਡੀਆਂ ਪਹਿਲੀਆਂ ਤਨਖਾਹਾਂ ਦਿਓ। ਅਸੀਂ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੈਸੇ ਦੇ ਕੇ ਤੇ ਫਿਰ ਅੱਗੇ ਚੱਲਾਂਗੇ। ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਕਿ ਥੋੜ੍ਹੇ ਥੋੜ੍ਹੇ ਲੈ ਲਓ, ਆਪਣੇ ਘਰ ਦੇ ਆਓ, ਅਤੇ ਬਾਕੀ ਜਿਹੜਾ ਤੁਹਾਡਾ ਹਿਸਾਬ ਹੈ ਤੁਹਾਡੇ ਨਾਲ ਤੁਹਾਡੇ ਪੈਸੇ ਅੱਗੇ ਦੇ ਦਿੱਤੇ ਜਾਣਗੇ। ਜਿਵੇਂ ਜਿਵੇਂ ਕਹਿੰਦੇ ਖਜ਼ਾਨੇ ਦੇ ਵਿੱਚ ਮਾਇਆ ਆਵੇਗੀ, ਤਿਵੇਂ ਤਿਵੇਂ ਤੁਹਾਨੂੰ ਪੈਸੇ ਦੇ ਦਿਆਂਗੇ। ਕਹਿੰਦੇ ਮਹਾਰਾਜ ਨਹੀਂ, ਸਾਡਾ ਪਿਛਲਾ ਹਿਸਾਬ ਕਹਿੰਦੇ ਪੂਰਾ ਕਰੋ ਪਹਿਲਾਂ, ਸਾਰੀ ਪਿਛਲੀ ਮਾਇਆ ਇੱਥੇ ਅਸੀਂ ਅੱਜ ਲੈਣੀ ਹੈ। ਜਦੋਂ ਤੁਸੀਂ ਇੱਥੋਂ ਚਲੇ ਗਏ ਅੱਗੇ, ਫਿਰ ਪਤਾ ਨਹੀਂ ਤੁਸੀਂ ਦੇਵੋ ਕਿ ਨਾ ਦੇਵੋ। ਇਹ ਹੁਣ ਸਾਡਾ ਇਲਾਕਾ ਹੈ, ਇਸੇ ਅਸੀਂ ਆਪਣੇ ਘਰਾਂ ਦੇ ਵਿੱਚ ਜਾ ਕੇ ਅਸੀਂ ਪੈਸੇ ਦੇ ਕੇ ਆਵਾਂਗੇ ਤੇ ਫਿਰ ਅੱਗੇ ਚੱਲਾਂਗੇ। ਸਤਿਗੁਰਾਂ ਦੇ ਸਮਝਾਉਣ ਤੇ ਇਹ ਮੰਨੇ ਕੋਈ ਨਹੀਂ ਪਿਆ। ਇਹਨਾਂ ਨੇ ਜਿੱਦ ਇਹੀ ਪਕੜੀ ਹੋਈ ਸੀ ਕਿ ਅਸੀਂ ਪੈਸੇ ਲੈਣ ਤੋਂ ਬਿਨਾਂ ਚੱਲਣਾ ਕੋਈ ਨਹੀਂ। ਉੱਥੇ ਪਿਆਰਿਓ ਥੋੜ੍ਹਾ ਸਮਾਂ ਜਦੋਂ ਬੀਤਿਆ ਤੇ ਕੀ ਵੇਖਦੀ ਨਹੀਂ, ਬਾਰਿਸ਼ ਆ ਗਈ। ਬਾਰਿਸ਼ ਆਈ। ਬਾਰਿਸ਼ ਆਉਣ ਤੋਂ ਬਾਅਦ ਕੋਈ ਵਪਾਰੀ ਸਿੱਖ ਉੱਥੋਂ ਦੀ ਲੰਘ ਰਹੇ ਸਨ। ਉਹਨਾਂ ਨੇ ਕੀ ਵੇਖਿਆ ਕਿ ਧਨ ਦਾ ਕਾਫੀ ਉਹਨਾਂ ਨੂੰ ਵਾਧਾ ਹੋਇਆ, ਕਾਫੀ ਉਹਨਾਂ ਨੂੰ ਪ੍ਰਾਪਤ ਹੋਇਆ, ਅਤੇ ਉਹਨਾਂ ਨੇ ਸੋਚਿਆ ਕਿ ਅਸੀਂ ਜਿਹੜੀ ਦਸਵੰਧ ਦੀ ਮਾਇਆ ਹੈ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੂੰ ਇੱਥੇ ਦੇ ਦਾਂਗੇ। ਦਸਵੰਧ ਦੀ ਮਾਇਆ ਸਤਿਗੁਰਾਂ ਨੂੰ ਦੇ ਜਾਂਦੇ। ਅਤੇ ਮੇਰੇ ਸਤਿਗੁਰਾਂ ਨੇ ਪਿਆਰਿਓ ਥੈਲੀ ਜਦੋਂ ਉਹਨਾਂ ਨੇ ਦਿੱਤੀ ਨਾ ਮੋਹਰਾਂ ਦੀ, ਆਖਣ ਲੱਗੇ ਮਹਾਰਾਜ ਇਹ ਦਸਵੰਧ ਦੀ ਮਾਇਆ ਹੈ, ਇਸ ਦੀ ਜਿਵੇਂ ਤੁਸੀਂ ਮਰਜ਼ੀ ਵਰਤੋਂ ਕਰ ਲਓ, ਜਿਵੇਂ ਤੁਸੀਂ ਮਰਜ਼ੀ ਵਰਤੋਂ ਕਰ ਲਓ। ਹੁਣ ਤੇ ਮਾਇਆ ਆ ਗਈ। ਧੰਨ ਗੁਰੂ ਕਲਗੀਧਰ ਮਹਾਰਾਜ ਭਾਈ ਦਇਆ ਸਿੰਘ ਉਹਨਾਂ ਨੂੰ ਆਖਣ ਲੱਗੇ ਕਿ ਇਹਨਾਂ ਨੂੰ ਆਵਾਜ਼ ਮਾਰੋ ਕਿ ਆਪਣੀਆਂ ਤਨਖਾਹਾਂ ਲੈ ਲੈਣ, ਸਾਰੇ ਆਪਣੇ ਆਪ ਹੀ ਪੈਸੇ ਲੈ ਲੈਣ। ਹਿਸਾਬ ਕਿਤਾਬ ਕਰਕੇ ਜਿਹੜੇ ਘੋੜ ਸਵਾਰ ਦੇ ਪਿਆਰੇ ਵੱਖਰੇ ਪੈਸੇ ਹੋਇਆ ਕਰਦੇ ਸਨ, ਅਤੇ ਜਿਹੜੇ ਪੈਦਲ ਸਨ ਉਹਨਾਂ ਦੀ ਵੱਖਰੀ ਹੋਇਆ ਕਰਦੇ ਸਨ। ਵੱਖਰੀਆਂ ਸਾਰਿਆਂ ਦੀਆਂ ਤਨਖਾਹਾਂ ਨਿਯਤ ਹੋਇਆ ਕਰਦੀਆਂ ਸਨ। ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਵੇਲੇ ਵੀ ਪਿਆਰੇ ਬਹੁਤ ਸਾਰੇ ਪਠਾਨ ਸਨ ਜਿਹੜੇ ਨੌਕਰੀ ਕਰਦੇ ਸਨ ਪੈਸੇ ਲੈ ਕੇ। ਫੌਜ ਦੇ ਵਿੱਚ ਜਿਵੇਂ ਆਰਮੀ ਦੇ ਵਿੱਚ ਹੈ, ਇਸੇ ਤਰ੍ਹਾਂ ਹੀ ਸਤਿਗੁਰਾਂ ਦੀ ਫੌਜ ਦੇ ਵਿੱਚ ਬਹੁਤ ਸਾਰੇ ਸਿੱਖ ਐਸੇ ਹੋਇਆ ਕਰਦੇ ਸਨ ਜਿਹੜੀ ਤਨਖਾਹ ਲੈ ਕੇ ਹੀ ਕੰਮ ਕਰਿਆ ਕਰਦੇ ਸਨ। ਇਹਨਾਂ ਨੂੰ ਜਦੋਂ ਆਵਾਜ਼ ਮਾਰੀ ਪਿਆਰਿਓ, ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਆਖਿਆ ਬੁਲਾਓ ਕਿ ਆਪਣੇ ਪੈਸੇ ਹਿਸਾਬ ਦੇ ਨਾਲ ਲੈ ਲੈਣ। ਜਿਹੜੇ ਘੋੜ ਸਵਾਰ ਨੇ, ਜਿਹੜੇ ਪੈਦਲ ਹਨ,
ਇਹ ਸਾਰੇ ਕਹਿੰਦੇ ਆਪੋ ਆਪਣਾ ਹਿਸਾਬ ਕਰਕੇ ਲੈ ਲੈਣ। ਜਿਹੜਾ ਘੋੜ ਸਵਾਰ ਹੈ ਉਹਦੇ ਜਿਤਨੇ ਪੈਸੇ, ਜਿਹੜੇ ਪੈਦਲ ਵਾਲੇ, ਕਹਿੰਦੇ ਸਾਰਿਆਂ ਨੇ ਆਪੋ ਆਪਣੇ ਪੈਸੇ ਦੱਸੇ ਕਿ ਇਤਨੇ ਇਤਨੇ ਸਾਡੇ ਪੈਸੇ ਬਣਦੇ। ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਸਾਰਿਆਂ ਨੂੰ, ਪਿਆਰੇ ਜਿਤਨੇ ਵੀ ਸਿੱਖ ਸਨ ਸਾਰਿਆਂ ਨੂੰ ਪੈਸੇ ਦਿੱਤੇ, ਸਾਰਿਆਂ ਨੂੰ ਪੈਸੇ ਦਿੱਤੇ। ਇਹਨਾਂ ਨੇ ਫਿਰ ਸਲਾਹ ਕੀ ਕੀਤੀ? ਲਾਲਚ ਵੱਧ ਗਿਆ ਪਿਆਰੇ, ਲਾਲਚ ਵੱਧ ਗਿਆ ਕਿ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਕੋਲ ਤੇ ਹਾਲੇ ਬਹੁਤ ਮੋਹਰਾਂ ਪਈਆਂ ਨੇ, ਹਾਲੇ ਬਹੁਤ ਮੋਹਰਾਂ ਪਈਆਂ ਨੇ, ਤੇ ਕਿਸੇ ਬਹਾਨੇ ਦੇ ਨਾਲ ਹੋਰ ਮੋਹਰਾਂ ਲਈ ਇਹਨਾਂ ਨੇ ਕੀ ਮਤਾ ਬਕਾਇਆ, ਇਹਨਾਂ ਨੇ ਕੀ ਮਤਾ ਬਕਾਇਆ ਕਿ ਅੱਗੇ ਪਤਾ ਨਹੀਂ ਸਤਿਗੁਰੂ ਨੇ ਸਾਨੂੰ ਦੇਣੇ ਜਾਂ ਨਹੀਂ ਦੇਣੇ। ਤੇ ਹੁਣ ਆਪਾਂ ਇਹ ਕਹਿੰਦੇ ਹਾਂ ਕਿ ਘਰਾਂ ਦੇ ਵਿੱਚ ਵੀ ਅਸੀਂ ਇੱਕ ਇੱਕ ਬੰਦਾ ਛੱਡ ਕੇ ਗਏ ਸੀ। ਕਹਿੰਦੇ ਜਿਹੜੇ ਅਸੀਂ ਘਰਾਂ ਦੇ ਵਿੱਚ ਇੱਕ ਇੱਕ ਬੰਦਾ ਛੱਡ ਕੇ ਗਏ ਸੀ, ਆਪਣੀ ਥਾਂ ਤੇ ਉਹਨਾਂ ਦੀਆਂ ਤਨਖਾਹਾਂ ਵਿੱਚ ਸਾਨੂੰ ਦਿਓ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਉਹ ਵੀ ਪੈਸੇ ਇਹਨਾਂ ਦੇ ਦੇ ਦਿੱਤੇ, ਸਾਰਿਆਂ ਨੂੰ ਤਨਖਾਹਾਂ ਦੇ ਦਿੱਤੀਆਂ। ਤੇ ਉਸ ਵੇਲੇ ਭਾਈ ਸਾਹਿਬ ਭਾਈ ਦਾਨ ਸਿੰਘ ਜੀ ਪਿਆਰੇ, ਭਾਈ ਦਾਨ ਸਿੰਘ ਹੋਣਾ ਨੂੰ ਸਤਿਗੁਰਾਂ ਨੇ ਆਖਿਆ, ਭਾਈ ਦਾਨ ਸਿੰਘ ਸਾਰਿਆਂ ਬਰਾੜਾਂ ਨੇ ਤਨਖਾਹਾਂ ਲੈ ਲਈਆਂ ਤੇ ਤੂੰ ਵੀ ਆ ਜਾ, ਆਪਣੀ ਤਨਖਾਹ ਲੈ ਲਾ, ਆਪਣੇ ਪੈਸੇ ਲਾ, ਆਪਣੇ ਪੈਸੇ ਲੈ ਲਾ ਹਿਸਾਬ ਕਰਕੇ। ਆਖਣ ਲੱਗਾ ਮਹਾਰਾਜ ਹੱਥ ਜੋੜ ਗਏ ਪਿਆਰੇ, ਜਿਨ੍ਹਾਂ ਨੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੂੰ ਪਛਾਣਿਆ ਹੋਇਆ ਸੀ। ਮਹਾਰਾਜ ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਤੁਸੀਂ ਸਿੱਖੀ ਬਖਸ਼ਿਸ਼ ਕਰੋ, ਮੈਨੂੰ ਸਿੱਖੀ ਬਖਸ਼ਿਸ਼ ਕਰੋ। ਤੁਹਾਡੀਆਂ ਹੀ ਬਖਸ਼ਿਸ਼ਾਂ ਨੇ, ਸਾਰਾ ਕੁਝ ਤੁਹਾਡਾ ਹੀ ਦਿੱਤਾ ਹੋਇਆ, ਮੈਨੂੰ ਕੁਝ ਨਹੀਂ ਚਾਹੀਦਾ, ਕੇਵਲ ਮੈਨੂੰ ਸਿੱਖੀ ਚਾਹੀਦੀ ਹੈ, ਮੈਨੂੰ ਸਿੱਖੀ ਬਖਸ਼ਿਸ਼ ਕਰੋ। ਇਹ ਧੰਨ ਗੁਰੂ ਕਲਗੀਧਰ ਮਹਾਰਾਜ ਆਖਣ ਲੱਗੀ, ਭਾਈ ਦਾਨ ਸਿਆਂ ਅਸੀਂ ਪਿਆਰ ਦੇ ਨਾਲ ਤੈਨੂੰ ਕਹਿ ਰਹੇ ਹਾਂ ਕਿ ਘਰ ਵਾਸਤੇ ਲੋੜਾਂ ਤੇ ਸਾਰਿਆਂ ਨੂੰ, ਤੇਰੀਆਂ ਵੀ ਲੋੜਾਂ ਹੋਣਗੀਆਂ, ਪਰ ਤੂੰ ਘਰ ਵਾਸਤੇ ਪੈਸੇ ਲੈ ਲਾ। ਅਸੀਂ ਬੜੀ ਖੁਸ਼ੀ ਨਾਲ ਕਹਿ ਰਹੇ ਹਾਂ, ਨਹੀਂ ਮਹਾਰਾਜ ਮੈਨੂੰ ਸਿੱਖੀ ਬਖਸ਼ਿਸ਼ ਕਰੋ, ਮੈਨੂੰ ਸਿੱਖੀ ਬਖਸ਼ਿਸ਼ ਕਰੋ। ਤੇ ਪਿਆਰੋ ਇਹ ਭਾਈ ਦਾਨ ਸਿੰਘ ਹੋਣਾ ਦੇ ਅੱਗੇ ਖਾਨਦਾਨ ਦੇ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਜੀ ਹੋਏ। ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਇਹਨਾਂ ਦਾ ਪਿਛੋਕੜ ਬਾਬਾ ਜੋਗਿੰਦਰ ਸਿੰਘ ਇਹਨਾਂ ਦੇ ਪਿਤਾ ਜੀ, ਇਹਨਾਂ ਦੇ ਪੁਰਖਿਆਂ ਨੇ, ਇਹ ਬਾਬਾ ਦਾਨ ਸਿੰਘ ਜੀ ਸਨ, ਇਹਨਾਂ ਦੇ ਪੁਰਖਿਆਂ ਦੇ ਵਿੱਚੋਂ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੇ ਪੁਰਖਿਆਂ ਦੇ ਵਿੱਚ। ਜਦੋਂ ਪਿਆਰੇ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਪਿਆਰੇ ਗੁਰਸਿੱਖਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਨ। ਤੇ ਸਰਕਾਰ ਨੇ ਪਿਆਰਿਓ ਇਹ ਵੇਖੋ ਕਿੱਡੀ ਵੱਡੀ ਚਾਲ ਖੇਡੀ। ਪਹਿਲਾਂ ਸਾਰੀ ਪ੍ਰੈਕਟਿਸ ਵੀ ਬਾਹਰ ਕੀਤੀ ਹੋਈ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕਰਨਾ ਹੈ। ਉੱਥੇ ਕਹਿੰਦੇ ਵੱਖਵਾਦੀ ਨੇ, ਉੱਥੇ ਕਹਿੰਦੇ ਅੱਤਵਾਦੀ ਨੇ, ਉੱਥੇ ਕਹਿੰਦੇ ਦੇਸ਼ ਧਰੋਹੀ ਨੇ, ਉਹਨਾਂ ਨੂੰ ਅਸੀਂ ਫੜ ਕੇ ਕੱਢਣਾ ਹੈ। ਤੇ ਉਸ ਜਗ੍ਹਾ ਤੇ ਸੰਤ ਬਾਬਾ ਜਰਨੈਲ ਸਿੰਘ ਹੋਣਾ ਨੇ ਆਪਣਾ ਪੂਰਾ ਪਹਿਰਾ ਨਿਭਾਇਆ। ਤੇ ਦੂਸਰੇ ਪਾਸੇ ਜਿਹੜੇ ਬਰਾੜ ਸਨ ਪਿਆਰੇ, ਜਿਨ੍ਹਾਂ ਨੇ ਤਨਖਾਹਾਂ ਲਈਆਂ ਸਨ, ਉਹ ਕੌਣ ਸਨ? ਇਹ ਜਿਹੜਾ ਹਰਚਰਨ ਸਿੰਘ ਬਰਾੜ ਜਿਹੜਾ ਚੜ੍ਹ ਕੇ ਆਇਆ ਨਾ, ਜਿਹੜਾ ਕਹਿੰਦਾ ਸੀ ਕਿ 2.5 ਘੰਟਿਆਂ ਦੇ ਵਿੱਚ ਮੈਂ ਸਾਰੇ ਸਿੱਖਾਂ ਨੂੰ ਫੜ ਲਵਾਂਗਾ। ਹਰਚਰਨ ਸਿੰਘ ਬਰਾੜ ਇਹ ਵੀ ਉਹਨਾਂ ਬਰਾੜਾਂ ਦੇ ਵਿੱਚੋਂ ਸਨ ਜਿਨ੍ਹਾਂ ਨੇ ਉਸ ਵੇਲੇ ਵੀ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਕੋਲੋਂ ਤਨਖਾਹਾਂ ਮੰਗੀਆਂ ਸਨ, ਤਨਖਾਹਾਂ ਮੰਗੀਆਂ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਪਿਆਰ ਵਾਲੇ ਸਿੱਖ ਭਾਈ ਦਾਨ ਸਿੰਘ ਹੋਣਾ ਨੇ ਉਸ ਵੇਲੇ ਸਿੱਖੀ ਮੰਗੀ, ਉਸ ਵੇਲੇ ਸਿੱਖੀ ਮੰਗੀ। ਤੇ ਪਿਆਰਿਓ ਸਿੱਖੀ ਮੰਗਣ ਦੇ ਕਰਕੇ ਸੰਤ ਬਾਬਾ ਜਰਨੈਲ ਸਿੰਘ ਹੋਣਾ ਨੇ ਵੀ ਸਿੱਖੀ ਦੇ ਆਪਣੇ ਫਲਸਫੇ ਨੂੰ ਜਾਣਦਿਆਂ ਹੋਇਆ, ਆਪਣੇ ਪਿਛੋਕੜ ਨੂੰ ਜਾਣਦਿਆਂ ਹੋਇਆ ਤੇ ਪਿਆਰਿਓ ਸਿੱਖੀ ਤੇ ਪੂਰਾ ਪਹਿਰਾ ਦਿੱਤਾ, ਸਿੱਖੀ ਤੇ ਪੂਰਾ ਪਹਿਰਾ ਦਿੱਤਾ। ਇਹਨਾਂ ਦਿਨ ਜਿਹੜੇ ਧੰਨ ਗੁਰੂ ਕਲਗੀਧਰ ਮਹਾਰਾਜ, ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਚਰਨ ਕਮਲਾਂ ਦੇ ਭੋਰੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੇ ਹੋਏ। ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਕਦੇ ਗੱਲ ਕਰੀਏ ਪਿਆਰਿਓ, ਮਹਾਰਾਜਾ ਰਣਜੀਤ ਸਿੰਘ ਐਸੇ ਸਿੱਖ ਸਨ ਜਿਨ੍ਹਾਂ ਦੇ ਅੰਦਰ ਇਤਨਾ ਪਿਆਰ ਸੀ, ਕੁੱਟ-ਕੁੱਟ ਕੇ ਭਰਿਆ ਹੋਇਆ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਵਾਸਤੇ ਇਤਨਾ ਪਿਆਰ। ਕਹਿੰਦੇ ਇਹਨਾਂ ਨੇ ਇੱਕ ਵਾਰੀ ਮਨ ਦੇ ਵਿੱਚ ਇਹਨਾਂ ਦੇ ਆਇਆ
कि ऐसा कोई गुरसिख होवे जिसने धन गुरु कलगीधर महाराज जियां दे दर्शन कीते होण। मैं उसके दर्शन करने चाहुंदा, उसके दर्शन करने चाहुंदा। कितना मन दे विच प्यार होवेगा, कितना मन दे विच प्यार होवेगा कि मैं उस गुरसिख के दर्शन करने चाहुंदा जिन्हां ने अखां दे नाल धन गुरु कलगीधर महाराज जियां दे दर्शन कीते होण। ते मैं ते चाहुंदा कि उन्हां दे चरणां नूं धो धो के पीवां। सारे कहते ढंडोरा कटवा दिता, किधरे पता लगे कि जिस गुरसिख ने धन गुरु कलगीधर महाराज जियां दे दर्शन कीते हैं। 18वीं सदी की गल है प्यारे, ते धन गुरु कलगीधर महाराज जियां दी प्यार वाली एक रूह बजुर्ग निहंग सिंह गुरु ਦੀਆਂ लाडलियां फौजां, जिसकी काफ़ी आरबला हुई पई सी, 100 तो उपर सी आरबला, क्योंकि 17वीं सदी के 1700 के धन गुरु कलगीधर महाराज जी जो समाए। 18वीं सदी के महाराजा रणजीत सिंह का राज सी। महाराजा रणजीत सिंह ने जिस वेले प्यारे ढंडोरा पटवाया कि कोई ऐसा सिख होवे, वो बजुर्ग बाबे नूं निहंग सिंह नूं गुरु दीआं लाडलियां फौजां, उन्होंने जदों पता लग्या कि महाराजा रणजीत सिंह ने ये ढंडोरा पटवाया होया कि जिसने धन गुरु कलगीधर महाराज जियां दे दर्शन कीते ने, मैं उसके दर्शन करने चाहुंदा, मैं उसके दर्शन करने चाहुंदा। प्यारे जिस वेले उसनूं पता लगा, उसने खबर पहुंचाई कि मैं धन गुरु कलगीधर महाराज जियां दे दर्शन कीते हैं। भावें थोड़ा समा ही कीते ने, पर मैं साक्षात दर्शन कीते ने। वो कितनी को भागां वाली रूह होवेगी प्यारे उस समय दे विच जिसने धन गुरु कलगीधर महाराज जियां दे दर्शन कीते। ते महाराजा रणजीत सिंह ने इतिहास जिक्र आउंदा है कि अपने वल्लों कहते सोने की पालकी बनवा के हाथी दे राही कहते उस गुरसिख नूं मंगवाया ते अगी कलीना विछा दित्तियां, दरियां विछा दित्तियां जिथे उस गुरसिख ने आउणा सी, बुजुर्ग बाबे ने आउणा सी। बड़ी उसकी आओ भगत की, बहुत मान सत्कार किया। जिस वेले प्यारे दरबार दे विच पहुंचे ते उन्हां दे अगे बैठ गए, उन्हां दे अगे बैठ गए। आखण लगे बाबा जी धन गुरु कलगीधर महाराज जियां दे बारे मैनूं दसो, उन्हां दा चेहरा किस तरह दा सी, उन्हां दा चेहरा किस तरह दे सी, उन्हां दी दिख कैसी सी। वो बाबा आखण लगा महाराजा रणजीत सिंह जी एक बारी झलक मिली, थोड़ा जिहा समा, कोई बहुता ज़्यादा समा नहीं। धन गुरु कलगीधर महाराज कहते जिस वेले घोड़े ते असवार होया करते सन, असीं प्यारे दर्शन करने वास्ते आउंदे हैं धन धन साहिब श्री गुरु ग्रंथ साहिब महाराज जी। हुण कहते जदों कहते धन गुरु कलगीधर महाराज घोड़े ते असवार होया करते सन ते एक गुरसिख दूसरे पासे रकाब नूं फड़िया करदा सी, दूसरे पासे तो रकाब नूं फड़िया करदा सी। कहते कुदरत दा इहो जिहा बनिया हिसाब कि मैनूं परमेश्वर धन गुरु कलगीधर महाराज जियां दे दर्शन दीदार होने सन। कोई घोड़े ते असवारी कराउण वास्ते लागे नहीं सी ते मैं अगे होया। कहते मैं जिस वेले अगे होया ते धन गुरु कलगीधर महाराज जियां दे चरणां नूं हथ ला के कहते मैं जदों रकाब नूं फड़िया उस वेले कहते मेरे शरीर सारे दे विच चरणाहट छा गई। सारे शरीर दे विच मेरे च चरणाहट छा गई, जिवें कोई करंट हुंदा। कहते इस तरीके दे नाल मेरे सारे शरीर दे विच कहते इतनी चरणाहट आई कि वो आनंद, वो रस कहते मैं बयान नहीं कर सकता। वो जिहड़ा रस आया, वो जिहड़ा आनंद आया कहते वो मैं बयान नहीं कर सकता। वो बयान करन तो बाहर है, बयान करन तो बाहर है। किस तरह का कहते चोरा बोरा देखिया धन गुरु कलगीधर महाराज जियां दे मुखड़े नूं तकिया, वो किस तरह का सी महाराज। उसदी कई सूरजां दा जिहड़ा प्रताप है वो भी उन्हां दे अगे फिका पै जांदा। उन्हां दे वस्त्रां दे किहड़े रंग सन महाराजा रणजीत सिंह जी, उन्हां दे वस्त्र नीला चोड़ा सोभ रिहा सी, नीला चोड़ा ते बांका दौड़ा।
बड़ी सुंदर कहते तिल्लेदार जुत्ती पाई हुई सी, प्यारिਆਂ ਦੇ ਵਿੱਚ ਜਿਹੜੇ ਚਰਨਾਂ ਦੇ ਵਿੱਚ ਜਿਹੜੀ ਪਾਈ ਹੋਈ ਸੀ ਤਿੱਲੇ ਵਾਲੀ ਜੁੱਤੀ ਪਾਈ ਹੋਈ ਸੀ, ਉਹਦੇ ਵਰਗੀ ਕਹਿੰਦੇ ਮੈਂ ਕਦੇ ਜੋੜਾ ਵੀ ਕਦੇ ਨਹੀਂ ਵੇਖਿਆ। ਜਿਹੋ ਜਿਹਾ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਜੋੜਾ ਸੀ ਪਿਆਰਿਓ। ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਪਿਆਰਿਓ ਜੀ ਗਾਤਰੇ ਵਾਲੀ ਕੁਰਬਾਨ ਸੀ ਕੋਈ ਹੋਈ 2.5 ਲੱਖ ਦੀ, ਚੰਦ ਤੋੜਾ ਉਹ ਵੀ 2.5 ਲੱਖ ਦਾ, ਤੇ ਪਿਆਰਿਓ ਜੀ ਕਲਗੀ ਸੀ ਉਹ ਵੀ 2.5 ਲੱਖ ਦੀ। ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਸੀਸ ਤੇ ਜਿਹੜੀ ਸੋਧ ਸੀ। ਮੇਰੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੂੰ ਕਹਿੰਦੇ ਮੈਂ ਕਿਸ ਤਰੀਕੇ ਦੇ ਨਾਲ ਬਿਆਨ ਕਰਾਂ, ਮੈਂ ਬਿਆਨ ਨਹੀਂ ਕਰ ਸਕਦਾ। ਕਹਿੰਦੇ ਮੇਰੀ ਜ਼ੀਬਾ ਬਿਆਨ ਨਹੀਂ ਕਰ ਸਕਦੀ, ਉਹ ਕਿਤਨੇ ਕੁ ਖੂਬਸੂਰਤ ਹਨ। ਅਤ ਸੁੰਦਰ ਮਨਮੋਹਨ ਪਿਆਰੇ ਸਭ ਹੋ ਮਦ ਨਰਾਰੇ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ, ਅਤ ਸੁੰਦਰ ਕੋਰੀ ਚਤਰ ਮੁਖ ਗਿਆਨੀ ਧਨਵੰਤ। ਪਿਆਰਿਓ ਦੂਸਰਾ ਪੱਖ ਹੈ ਜਿਸ ਦੇ ਹਿਰਦੇ ਵਿੱਚ ਨਾਮ ਨਹੀਂ, ਪਰ ਸੁੰਦਰ ਕਿਹੜਾ ਹੈ? ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ੍ਹਾਂ ਬਹਿ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਦੀ ਖੂਬਸੂਰਤੀ ਨੂੰ ਕਹਿੰਦੇ ਮੈਂ ਬਿਆਨ ਨਹੀਂ ਕਰ ਸਕਦਾ। ਮੈਂ ਨਾ ਕਿੱਡੇ ਭਾਗਾਂ ਵਾਲਾ ਗੁਰਸਿੱਖ ਹੋਵੇਗਾ ਜਿਸ ਨੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਸਾਖਸ਼ਾਤ ਦਰਸ਼ਨ ਕੀਤੇ। ਤੇ ਦੂਸਰੇ ਪਾਸੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਭਾਵਨਾ ਵੇਖੋ, ਕੈਸੀ ਭਾਵਨਾ ਸੀ ਮਨ ਅੰਦਰ, ਕੈਸੀ ਭਾਵਨਾ ਸੀ ਕਿ ਮੈਂ ਉਸ ਗੁਰਸਿੱਖ ਦੇ ਦਰਸ਼ਨ ਕਰਨੇ ਨੇ ਜਿਸ ਨੇ ਕਲਗੀਧਰ ਮਹਾਰਾਜ ਜੀਆਂ ਦੇ ਦਰਸ਼ਨ ਕੀਤੇ। ਉਹ ਕਿਤਨਾ ਸੁਭਾਗਾ ਜੀਵੜਾ ਹੋਏਗਾ। ਉਸ ਬਾਬਾ ਨੂੰ ਕਹਿੰਦੇ, ਉਸ ਬਾਬੇ ਨੂੰ ਮਾਲਾਮਾਲ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਨੇ ਕਿ ਤੁਸੀਂ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਮੇਰੇ ਪਰਮ ਪਿਤਾ ਦੇ ਦਰਸ਼ਨ ਕੀਤੇ ਹਨ। ਮੈਨੂੰ ਤੁਹਾਡੇ ਵਿੱਚੋਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਖਾਈ ਦੇ ਗਏ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਕਹਿੰਦੇ ਐ ਮੇਰੇ ਮਨਾ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਭੂ ਦੀ ਓਟ ਤੱਕ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਦਾ। ਜਹ ਸਿਮਰਤ ਗਨ ਕਾਸੇ ਉਦਰੇ ਤਾਂ ਕੋ ਜਸ ਉਰ ਧਾਰੋ, ਜਿਹਦਾ ਸਿਮਰਨ ਕਰਨ ਕਰਕੇ ਕਹਿੰਦੇ ਗਨਕਾ ਵਰਗੀਆਂ ਦਾ ਉਧਾਰ ਹੋ ਗਿਆ, ਪਾਪਣਾ ਦਾ ਉਧਾਰ ਹੋ ਗਿਆ। ਤਾਂ ਕੋ ਜਸ ਉਰ ਧਾਰੋ, ਕਹਿੰਦੇ ਉਹਦਾ ਸਿਮਰਨ ਆਪਣੇ ਮਨ ਅੰਦਰ ਕਰ, ਆਪਣੇ ਮਨ ਅੰਦਰ ਕਰ। ਪਿਆਰੋ ਜਿਹੜੇ ਵੀ ਜੁੜ ਗਏ ਉਸ ਮਾਲਕ ਦੇ ਚਰਨਾਂ ਦੇ ਨਾਲ ਉਹਨਾਂ ਦੇ ਹੀ ਬੇੜੇ ਪਾਰ ਹੋ ਗਏ। ਰਾਮਗੜ੍ਹ ਰਾਂਚੀ ਦੀ ਇੱਕ ਆਰਮੀ ਦੀ ਘਟਨਾ, ਇੱਕ ਵੀਰ ਦਾ ਨਾਮ ਹਿੰਦੂ ਵੀਰ ਰਣਵੀਰ ਕੁਮਾਰ ਸਿਨਹਾ। ਕਹਿੰਦੇ ਰਾਮਗੜ੍ਹ ਰਾਂਚੀ ਦੇ ਵਿੱਚ ਕਹਿੰਦੇ ਮੈਂ ਆਰਮੀ ਦੇ ਵਿੱਚ ਸੀ। ਆਰਮੀ ਦੇ ਵਿੱਚ ਰਹਿੰਦੇ ਹੋਇਆਂ ਸਿੱਖ ਰੈਜੀਮੈਂਟ ਦੇ ਵਿੱਚ ਕਹਿੰਦਾ ਨਾ ਸੀ, ਸਿੱਖ ਰੈਜੀਮੈਂਟ ਦੇ ਵਿੱਚ ਹੀ, ਪਰ ਮੈਂ ਹਿੰਦੂ ਪਰਿਵਾਰ ਦੇ ਨਾਲ ਸੰਬੰਧਿਤ। ਕਹਿੰਦੇ ਆਰਮੀ ਦੇ ਵਿੱਚ ਗੁਰਪੁਰਬ ਮਨਾਏ ਜਾਂਦੇ ਸਨ, ਜਦੋਂ ਗੁਰਪੁਰਬ ਜਦੋਂ ਮਨਾਏ ਜਾਂਦੇ ਸਨ ਬੜੀ ਸੇਵਾ ਕਹਿੰਦੇ ਅਸੀਂ ਕਰਿਆ ਕਰਦੇ ਸੀ। ਤੇ ਕਹਿੰਦੇ ਸੁਭਾਗ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਸਲਾਮੀ ਦਿੰਦੇ ਹਨ ਤੇ ਕਹਿੰਦੇ ਉਸ ਟੁਕੜੀ ਦੇ ਵਿੱਚ ਮੈਂ ਹੋਇਆ ਕਰਦਾ ਸੀ। ਉਸ ਟੁਕੜੀ ਦੇ ਵਿੱਚ ਕਹਿੰਦੇ ਮੈਂ ਹੋਇਆ ਕਰਦਾ ਸੀ। ਪਰ ਜਦੋਂ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਲਾਮੀ ਦਿੰਦਾ ਸੀ, ਪਿਆਰੋ ਆਰਮੀ ਦੇ ਵਿੱਚ ਵੱਡੇ ਆਫੀਸਰਾਂ ਨੂੰ ਸਲਾਮੀ ਦਿੰਦੇ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਆਉਂਦੇ ਨੇ ਤੇ ਸਲਾਮੀ ਦਿੰਦੇ, ਤੁਸੀਂ ਵੇਖਿਆ ਹੋਵੇਗਾ ਬੜਾ ਹੀ ਮਾਣ ਸਤਿਕਾਰ ਕਰਦੇ ਨੇ, ਬਹੁਤ ਮਾਣ ਸਤਿਕਾਰ। ਕਹਿੰਦੇ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਸੀ ਮੇਰੇ ਮਨ ਦੇ ਵਿੱਚ ਕਿ ਜਦੋਂ ਮੈਂ ਸਲਾਮੀ ਦੇਣੀ ਤੇ ਮੈਨੂੰ ਇਹ ਮਹਿਸੂਸ ਹੁੰਦਾ ਸੀ ਕਿ ਵੱਡੇ ਵੱਡੇ ਜਿਹੜੇ ਆਫੀਸਰ ਨੇ ਨਾ, ਉਹਨਾਂ ਨੂੰ ਵੀ ਸਲਾਮੀ ਦੇਣ ਵੇਲੇ ਮੈਨੂੰ ਆਨੰਦ ਕੋਈ ਨਹੀਂ ਸੀ ਆਉਂਦਾ ਜਦੋਂ ਮੈਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਲਾਮੀ ਦਿੰਦਾ ਸੀ। ਕਹਿੰਦੇ ਇਤਨਾ ਆਨੰਦ ਬਣ ਜਾਂਦਾ ਸੀ, ਇਤਨਾ ਆਨੰਦ ਬਣ ਜਾਂਦਾ ਸੀ ਮੇਰੇ ਮਨ ਅੰਦਰ ਜਦੋਂ ਵੀ ਸਲਾਮੀ ਦੇਣੀ। ਕਹਿੰਦੇ ਰਾਮਗੜ੍ਹ ਰਾਂਚੀ ਤੋਂ ਮੇਰੀ ਕਹਿੰਦੇ ਬਦਲੀ ਹੋ ਗਈ, ਰਾਮਗੜ੍ਹ ਰਾਂਚੀ ਤੋਂ ਮੇਰੀ ਬਦਲੀ ਹੋ ਗਈ ਛੱਤੀਸਗੜ੍ਹ। ਕਹਿੰਦੇ ਜਦੋਂ ਛੱਤੀਸਗੜ੍ਹ ਮੈਂ ਆਇਆ, ਛੱਤੀਸਗੜ੍ਹ ਆਇਆ ਤੇ ਉੱਥੇ ਇੱਕ ਲੀਡਰ ਦੇ ਨਾਲ, ਮੰਤਰੀ ਦੇ ਨਾਲ ਕਹਿੰਦੇ ਮੇਰੀ ਡਿਊਟੀ ਲੱਗ ਗਈ, ਗਨਮੈਨ ਦੀ ਡਿਊਟੀ। ਗਨਮੈਨ ਦੀ ਡਿਊਟੀ ਕਹਿੰਦੇ ਮੇਰੀ ਲੱਗ ਗਈ। ਅਸੀਂ ਕਹਿੰਦੇ 2 ਜਾਣੇ ਸੀ ਗਨਮੈਨ, 2 ਜਾਣੇ ਕਹਿੰਦੇ ਗਨਮੈਨ ਸੀ। ਤੇ ਕਹਿੰਦੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਸਾਨੂੰ ਜਾਣਾ ਪੈਂਦਾ ਸੀ ਉੱਥੇ ਕਹਿੰਦੇ ਬੜਾ ਖਤਰਾ ਹੋਇਆ ਕਰਦਾ ਸੀ। ਮਾਓਵਾਦੀ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ, ਮਾਓਵਾਦੀ ਉਹ ਵੀ ਆਪਣੇ ਹੱਕ ਪਿਆਰ ਨੂੰ ਮੰਗ ਰਹੇ ਨੇ।
ਕਹਿੰਦੇ ਉਸ ਇਲਾਕੇ ਦੇ ਵਿੱਚੋਂ ਦੀ ਜਦੋਂ ਕਿਤੇ ਲੰਘਣਾ ਹੁੰਦਾ ਸੀ ਤੇ ਇਹੋ ਹੁੰਦਾ ਸੀ ਕਿ ਪਤਾ ਨਹੀਂ ਕਿਹੜੇ ਵੇਲੇ ਗੋਲੀਆਂ ਵੱਜ ਜਾਣੀਆਂ, ਕਿਹੜੇ ਵੇਲੇ ਮਾਰੇ ਜਾਣੇ। ਕਹਿੰਦੇ ਜਿਹੜਾ ਸਾਡਾ ਲੀਡਰ ਸੀ, ਜਿਸ ਦੇ ਨਾਲ ਮੈਂ ਗਨਮੈਨ ਲੱਗਿਆ ਸੀ ਤੇ ਦੂਸਰਾ ਸਾਥੀ ਮੇਰਾ ਗਨਮੈਨ ਸੀ, 2 ਜਾਣੇ ਸੀ ਅਸੀਂ। ਤੇ ਕਹਿੰਦੇ ਉਹਦੇ ਨਾਲ ਦਾ ਇੱਕ ਰਿਸ਼ਤੇਦਾਰ, ਉਹ ਕਹਿੰਦੇ ਉਸ ਨੂੰ ਬੋਲਣ ਦੀ ਬਿਲਕੁਲ ਇਜਾਜ਼ਤ ਨਹੀਂ ਸੀ। ਜਦੋਂ ਬੋਲਣਾ ਉਲਟਾ ਬੋਲਣਾ, ਗਾਲੀ ਗਲੋਚ ਵੀ ਉਸਨੇ ਕਰਨੀ ਤੇ ਅਸੀਂ ਜੌਬ ਦੇ ਕਰਕੇ ਕਹਿੰਦੇ ਚੁੱਪ ਕਰ ਰਹਿੰਦੇ ਸੀ। ਜੌਬ ਦੇ ਕਰਕੇ ਚੁੱਪ ਕਰ ਰਹਿੰਦੇ ਸੀ। ਅਸਲ ਦੇ ਵਿੱਚ ਗੱਲ ਉਹਨੇ ਇਸ ਕਰਕੇ ਸੁਣਾਈ, ਉਸਨੇ ਆਪਣੇ ਘਰ ਦੇ ਵਿੱਚ ਅਖੰਡ ਪਾਠ ਕਰਵਾਇਆ ਸੀ। ਅਖੰਡ ਪਾਠ ਕਰਵਾਇਆ ਤੇ ਪਾਠੀ ਸਿੰਘ, ਉਸ ਦਾ ਨਾਮ ਪਰਮਵੀਰ ਸਿੰਘ ਸੀ, ਉਸ ਨੂੰ ਵੀ ਇਹ ਗੱਲ ਸੁਣਾ ਰਹੇ ਸੀ। ਉਸ ਨੂੰ ਇਹ ਸਾਰੀ ਗੱਲ ਸੁਣਾ ਰਿਹਾ। ਕਹਿੰਦੇ ਛੱਤੀਸਗੜ੍ਹ ਜਦੋਂ ਸਾਡੀ ਡਿਊਟੀ ਲੱਗੀ, ਕਹਿੰਦੇ ਕਿਧਰੇ ਬਾਹਰ ਜਾਣਾ ਸੀ ਉਸ ਮੰਤਰੀ ਨੇ, ਤੇ ਉਹਦੇ ਨਾਲ ਕਹਿੰਦੇ ਅਸੀਂ ਵੀ ਜਾ ਰਹੇ ਸੀ। ਕਹਿੰਦੇ ਰਸਤੇ ਦੇ ਵਿੱਚ ਅਚਾਨਕ ਕਹਿੰਦੇ ਜਿਹੜੇ ਮਾਓਵਾਦੀ ਸੀ, ਉਹਨਾਂ ਨੇ ਕਹਿੰਦੇ ਸਾਡੇ ਤੇ ਹਮਲਾ ਬੋਲ ਦਿੱਤਾ। ਉਹਨਾਂ ਨੇ ਕਹਿੰਦੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਕਹਿੰਦੇ ਬਹੁਤ ਵਰਸਾਈਆਂ ਉਹਨਾਂ ਦੀਆਂ। ਅਸੀਂ ਕਹਿੰਦੇ ਸਿਰਫ ਕੇਵਲ 2 ਜਾਣੇ ਸੀ, ਅਸੀਂ 2 ਗਨਮੈਨ ਸੀ ਤੇ ਉਹ ਬਹੁਤ ਸਾਰੇ ਸਨ। ਉਹਨਾਂ ਨੇ ਕਹਿੰਦੇ ਐਸੀਆਂ ਗੋਲੀਆਂ ਭਰਾਈਆਂ ਕਹਿੰਦੇ ਕਿ ਤਕਰੀਬਨ ਸਾਡੇ ਨਾਲ ਦੇ ਸਾਰੇ ਬੰਦੇ ਮਾਰੇ ਗਏ। ਜਿਹੜਾ ਮੰਤਰੀ ਵੀ ਸੀ, ਉਹਦੇ ਨਾਲ ਦੇ ਬੰਦੇ ਵੀ ਜਿਹੜੇ ਆਏ ਹੋਏ ਸਨ, ਉਹ ਵੀ ਮਾਰੇ ਗਏ। ਤੇ ਕਹਿੰਦੇ ਕੇਵਲ ਅਸੀਂ ਆਪਣੀ ਵੈਨ ਦੇ ਵਿੱਚ ਕਹਿੰਦੇ 2 ਜਾਣੇ ਸੀ। ਕਹਿੰਦੇ ਮੇਰੀ ਵੀ ਬਾਂਹ ਦੇ ਵਿੱਚ ਗੋਲੀ ਲੱਗੀ ਹੋਈ ਸੀ, ਮੇਰੀ ਬਾਂਹ ਦੇ ਵਿੱਚ ਗੋਲੀ ਲੱਗੀ ਹੋਈ ਸੀ ਤੇ ਮੇਰੇ ਨਾਲ ਦੇ ਵੀ ਗੋਲੀ ਲੱਗੀ ਹੋਈ ਸੀ। ਤੇ ਕਹਿੰਦੇ ਸਾਰੀ ਸਾਡੀ ਵੈਨ ਛਲਣੀ ਗੋਲੀਆਂ ਦੇ ਨਾਲ ਕੀਤੀ ਹੋਈ ਸੀ। ਕਹਿੰਦੇ ਥੋੜੀ ਦੇਰ ਤੇ ਬੜੀਆਂ ਗੋਲੀਆਂ ਚਲੀਆਂ, ਵਿੱਚੋਂ ਕਹਿੰਦੇ ਬਿਲਕੁਲ ਸਨਾਟਾ ਛਾ ਗਿਆ ਕਿ ਜਦੋਂ ਸਾਰੇ ਉਹਨਾਂ ਨੇ ਮਾਰ ਦਿੱਤੇ, ਖਤਮ ਕਰ ਦਿੱਤੇ, ਅਸੀਂ ਕਹਿੰਦੇ ਵੈਨ ਦੇ ਵਿੱਚ ਪਏ ਹੋਏ ਸੀ। ਅਸੀਂ ਕਹਿੰਦੇ ਵੈਨ ਦੇ ਵਿੱਚ ਪਏ ਹੋਏ ਸੀ ਤੇ ਅਸੀਂ ਸੋਚਿਆ ਕਿ ਹੁਣ ਸਾਨੂੰ ਵੀ ਇਹ ਮਾਰ ਕੇ ਹੀ ਜਾਣਗੇ। ਥੋੜੀ ਦੇਰ ਕਹਿੰਦੇ ਬਾਅਦ ਫਿਰ ਆਵਾਜ਼ ਆਈ ਉਹਨਾਂ ਦੀ। ਮਨ ਦੇ ਵਿੱਚ ਕਹਿੰਦੇ ਮੈਂ ਸੋਚਿਆ ਕਿ ਹੁਣ ਆਉਣਗੇ ਤੇ ਸਾਨੂੰ ਮਾਰ ਕੇ ਹੀ ਜਾਣਗੇ, ਹੁਣ ਸਾਨੂੰ ਛੱਡ ਕੇ ਨਹੀਂ ਜਾਣਗੇ, ਹੁਣ ਇਹ ਸਾਨੂੰ ਛੱਡ ਕੇ ਜਾਣਗੇ। ਕਹਿੰਦੇ ਉਸ ਵੇਲੇ ਮੇਰੇ ਮਨ ਦੇ ਵਿੱਚ ਕਹਿੰਦੇ ਜਿਹੜਾ ਅਸੀਂ ਜਦੋਂ ਗੁਰੂ ਮਹਾਰਾਜ ਨੂੰ ਸਲਾਮੀ ਦਿਆ ਕਰਦੇ ਸਨ ਤੇ ਸ਼ਬਦ ਕਹਿੰਦੇ ਉਚਾਰਨ ਕੀਤਾ ਜਾਂਦਾ ਸੀ, ਉਹ ਸ਼ਬਦ ਕਹਿੰਦੇ ਮੈਨੂੰ ਸੁਣਾਈ ਦੇ ਰਿਹਾ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਵਜੋਂ ਕਹਿੰਦੇ ਜਦੋਂ ਮੈਂ ਸਲਾਮੀ ਦਿਆ ਕਰਦਾ ਸੀ ਤੇ ਸ਼ਬਦ ਮੇਰੇ ਮਨ ਦੇ ਵਿੱਚ ਵੱਜ ਰਿਹਾ ਸੀ, ਮਧੂਸੂਦਨ ਮੇਰੇ ਮਨ ਤਨ ਪ੍ਰਾਨਾ, ਉਹ ਹਰ ਬਿਨ ਦੂਜਾ ਅਵਰ ਨ ਜਾਣਾ, ਉਹ ਹਰ ਬਿਨ ਦੂਜਾ ਅਵਰ ਨ ਜਾਣਾ। ਕੋਈ ਸੱਜਣ ਸੰਤ ਮਿਲੈ ਵਡ ਭਾਗੀ, ਮੈਂ ਹਰ ਪ੍ਰਭ ਪਿਆਰਾ ਦਸੈ ਜੀਉ, ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ, ਹਮ ਬਾਰਕ ਦੀਨ ਕਰੋ ਪ੍ਰਤਪਾਲਾ। ਕਹਿੰਦੇ ਇਹ ਸ਼ਬਦ ਮੇਰੇ ਦਿਮਾਗ ਦੇ ਵਿੱਚ ਕਹਿੰਦੇ ਮੈਨੂੰ ਸੁਣਾਈ ਦੇ ਰਿਹਾ ਸੀ, ਹਮ ਬਾਰਕ ਦੀਨ ਕਰੋ ਪ੍ਰਤਪਾਲਾ। ਇਹ ਸ਼ਬਦ ਕਹਿੰਦੇ ਮੈਨੂੰ ਸੁਣਾਈ ਦੇ ਰਿਹਾ ਸੀ। ਜਿਸ ਵੇਲੇ ਇਹ ਸ਼ਬਦ ਮੈਨੂੰ ਸੁਣਾਈ ਦਿੱਤਾ, ਮੈਂ ਆਖਿਆ ਅਸੀਂ ਤਾਂ ਜੰਗਲ ਦੇ ਵਿੱਚ, ਸਾਡੇ ਗੋਲੀਆਂ ਲੱਗੀਆਂ ਹੋਈਆਂ ਨੇ, ਇਹ ਆਵਾਜ਼ ਮੇਰੇ ਕੰਨਾਂ ਦੇ ਵਿੱਚ ਕਹਿੰਦੇ ਕਿੱਥੋਂ ਪੈ ਰਹੀ ਹੈ।